ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਮੇਰਾ ਬੋਲਣ ਦਾ ਵਿਸ਼ਾ ਹੈ ਦਵਾਈ ਪ੍ਰਬੰਧ ਦੇ ਸਿਧਾਂਤ, ਯੂਨਿਟ 5th ਲੈਵਲ 3rd। ਠੀਕ ਹੈ, ਅੱਜ ਆਪਾਂ ਸਾਰਿਆਂ ਨੇ ਡਿਸਕਸ ਕਰਨਾ ਕਿ ਬੇਸਿਕ ਪ੍ਰਿੰਸੀਪਲਸ ਆਫ ਡਰੱਗ ਐਡਮਿਨਿਸਟ੍ਰੇਸ਼ਨ, ਦਵਾਈ ਪ੍ਰਬੰਧਨ ਦੇ ਸਿਧਾਂਤ ਕੀ ਨੇ। ਠੀਕ ਹੈ, ਦਵਾਈ ਪ੍ਰਬੰਧਨ ਹੈ ਕੀ। ਸੋ ਉਹਦੇ ਵਿੱਚ ਆਪਾਂ ਪੜ੍ਹਾਂਗੇ ਕਿ ਜਿਹੜੀਆਂ ਦਵਾਈ ਦੀਆਂ ਕਿਸਮਾਂ ਕੀ ਹੁੰਦੀਆਂ ਨੇ। ਠੀਕ ਹੈ, ਅਤੇ ਉਹਨੂੰ ਸਰੀਰ ਵਿੱਚ ਭੇਜਣ ਦੇ ਤਰੀਕੇ ਕੀ ਨੇ, ਮਤਲਬ ਕਿ ਫਾਰਮਸ ਐਂਡ ਰੂਟਸ ਆਫ ਮੈਡੀਕੇਸ਼ਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਦਵਾਈ ਹੁੰਦੀ ਕੀ ਹੈ। ਠੀਕ ਹੈ, ਦਵਾਈ ਇੱਕ ਅਜਿਹਾ ਪਦਾਰਥ ਹੈ ਜਿਹਦੇ ਨਾਲ ਵੀ ਮਰੀਜ਼ ਦੇ ਸਰੀਰ ਦੇ ਵਿੱਚ ਜੋ ਵੀ ਬਿਮਾਰੀਆਂ ਨੇ ਉਹਦਾ ਪਤਾ ਲਗਾਇਆ ਜਾਂਦਾ ਹੈ। ਠੀਕ ਹੈ, ਅਤੇ ਬਿਮਾਰੀਆਂ ਦੇ ਵੱਧਦੇ ਪ੍ਰਭਾਵਾਂ ਨੂੰ ਰੋਕਿਆ ਜਾਂਦਾ ਅਤੇ ਬਿਮਾਰੀ ਨੂੰ ਠੀਕ ਕੀਤਾ ਜਾਂਦਾ ਆ। ਮਤਲਬ ਕੀ ਆ, ਜਿਹੜੀ ਇੱਕ ਦਵਾਈ ਹੈ ਉਹਦੇ ਨਾਲ ਕੀ ਕਰਦੇ ਹਾਂ ਆਪਾਂ ਕਿ ਜਿਹੜੀ ਦਵਾਈ ਮਰੀਜ਼ ਨੂੰ ਦੇ ਕੇ ਜਿਹੜੀ ਉਹਦੀ ਬਿਮਾਰੀ ਆ ਉਹਨੂੰ ਠੀਕ ਕਰਕੇ ਉਹਦੇ ਜਿਹੜੇ ਪ੍ਰਭਾਵ ਅੱਗੇ ਵੱਧਦੇ ਨੇ, ਠੀਕ ਹੈ, ਉਹਨਾਂ ਨੂੰ ਰੋਕਦੇ ਹਾਂ ਆਪਾਂ ਅਤੇ ਬਿਮਾਰੀ ਨੂੰ ਠੀਕ ਕੀਤਾ ਜਾਂਦਾ ਆ। ਹੁਣ ਉਸ ਤੋਂ ਬਾਅਦ ਇਹ ਆ ਕਿ ਦਵਾਈ ਦੇਣ ਦੇ ਕਾਰਨ ਕੀ ਨੇ, ਆਪਾਂ ਦਵਾਈ ਦਿੰਦੇ ਕਿਉਂ ਆ ਮਰੀਜ਼ ਨੂੰ। ਸੋ ਉਹਦੇ ਵਿੱਚ ਕੀ ਆ, ਡਾਇਗਨੋਸਟਿਕ ਪਰਪਸ। ਡਾਇਗਨੋਸਟਿਕ ਪਰਪਸ ਦੇ ਵਿੱਚ ਕੀ ਆ ਜਾਂਦਾ ਆ ਕਿ ਕਿਸੇ ਵੀ ਬਿਮਾਰੀ ਨੂੰ ਪਤਾ ਲਗਾਉਣ ਦੇ ਲਈ। ਠੀਕ ਹੈ, ਜਿਵੇਂ ਆਪਾਂ ਕਹਿ ਲਓ ਕਿ ਲੈਬ ਟੈਸਟ ਹੁੰਦੇ ਨੇ, ਉਹਦੇ ਵਿੱਚ ਵੀ ਕਈ ਵਾਰ ਹੈ ਨਾ ਦਵਾਈਆਂ ਦਿੰਦੇ ਨੇ ਆਪਾਂ ਨੂੰ, ਦਵਾਈ ਦੇ ਕੇ ਟੈਸਟ ਕਰਦੇ ਨੇ। ਠੀਕ ਹੈ, ਤਾਂ ਕਰਕੇ ਕੀ ਆ ਵੀ ਦਵਾਈ ਦੇਣ ਦਾ ਕਾਰਨ ਕੀ ਆ, ਤਾਂ ਕਿ ਕਿਸੇ ਵੀ ਵਿਅਕਤੀ ਨੂੰ ਜੋ ਵੀ ਬਿਮਾਰੀ ਆ ਉਹਦਾ ਆਪਾਂ ਪਤਾ ਲਗਾ ਸਕੀਏ, ਜਾਂ ਕਿਸੇ ਵਿਅਕਤੀ ਨੂੰ ਜਿਹੜੀ ਬਿਮਾਰੀ ਚੱਲ ਰਹੀ ਆ ਜਾਂ ਹੋਣ ਦਾ ਜਿਵੇਂ ਲੱਛਣ ਪੈਦਾ ਹੋ ਜਾਂਦੇ ਨੇ ਕਿਸੇ ਵਿਅਕਤੀ ਦੇ ਵਿੱਚ। ਮੰਨ ਲਓ ਬੁਖਾਰ ਦਰਦ ਦੇ, ਜਦੋਂ ਬੁਖਾਰ ਹੁੰਦਾ ਆ ਉਹਦੇ ਵਿੱਚ ਸਰੀਰ ਦਰਦ ਕਰਨ ਲੱਗ ਜਾਂਦਾ, ਅਲੱਗ-ਅਲੱਗ ਲੱਛਣ ਹੁੰਦੇ ਨੇ। ਸੋ ਉਹ ਬੁਖਾਰ ਨੂੰ ਅੱਗੇ ਵਧਣ ਤੋਂ ਰੋਕਣ ਲਈ, ਠੀਕ ਹੈ, ਇਹ ਬਿਮਾਰੀ ਹੋ ਗਈ ਇੱਕ, ਉਹਨੂੰ ਰੋਕਣ ਲਈ ਆਪਾਂ ਦਵਾਈ ਦਿੰਦੇ ਹਾਂ। ਸੋ ਇਹ ਕਾਰਨ ਹੁੰਦੇ ਨੇ ਜਿਨ੍ਹਾਂ ਕਰਕੇ ਆਪਾਂ ਮਰੀਜ਼ ਨੂੰ ਦਵਾਈ ਦਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਪ੍ਰਿੰਸੀਪਲਸ ਆਫ ਮੈਡੀਕੇਸ਼ਨ। ਮਤਲਬ ਕੀ ਹੈ ਕਿ ਦਵਾਈ ਨੂੰ ਦੇਣ ਦੇ ਸਿਧਾਂਤ ਕੀ ਨੇ, ਆਪਾਂ ਦਵਾਈ ਨੂੰ ਕਿਉਂ ਦਿੰਦੇ ਹਾਂ, ਕੀ ਰੀਜ਼ਨ ਆ, ਕੀ ਕਾਰਨ ਨੇ। ਠੀਕ ਹੈ, ਉਹ ਸਾਰੇ ਆਪਾਂ ਪੜ੍ਹ ਚੁੱਕੇ ਹਾਂ। ਅਤੇ ਹੁਣ ਉਹਦੇ ਸਿਧਾਂਤ ਕੀ ਨੇ, ਉਹਨਾਂ ਦੇ ਵਿੱਚ ਕੀ ਆਉਂਦਾ ਆ, ਜਿਹੜੇ ਦਵਾਈ ਪ੍ਰਬੰਧਨ ਦੇ ਸਿਧਾਂਤ ਨੇ। ਇੱਕ ਤਾਂ 3 ਚੈੱਕਸ ਆਉਂਦੇ ਨੇ ਉਹਦੇ ਵਿੱਚ, ਅਤੇ 10 ਰਾਈਟਸ ਹੁੰਦੇ ਨੇ, ਅਧਿਕਾਰ। ਠੀਕ ਹੈ, 3 ਚੈੱਕ ਦੇ ਵਿੱਚ ਕੀ ਆਉਂਦਾ ਆ ਕਿ ਜਦੋਂ ਵੀ ਤੁਸੀਂ ਮੈਡੀਸਨ ਨੂੰ ਲੈਣਾ, ਕਿਤੋਂ ਵੀ ਲੈਂਦੇ ਹੋ, ਠੀਕ ਹੈ, ਮੰਨ ਲਓ ਕਿਸੇ ਕਾਊਂਟਰ 'ਤੇ ਕਿਤੇ ਇੱਕ ਜਗ੍ਹਾ ਆਪਾਂ ਮੈਡੀਸਨ ਜਦੋਂ ਸਟੋਰ ਕਰਕੇ ਰੱਖਦੇ ਹਾਂ, ਉੱਥੋਂ ਜਦੋਂ ਮੈਡੀਸਨ ਚੱਕਣੀ ਆ ਤਾਂ ਉਹਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਆ। ਮੈਡੀਸਨ ਦਾ ਨਾਮ, ਡੋਜ਼, ਰੂਟ, ਸਭ ਕੁਝ, ਮਤਲਬ ਜੋ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਕੀ ਹੁੰਦੀ ਆ, ਜਿਹੜੇ ਡਾਕਟਰ ਦੇ ਆਰਡਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਡਾਕਟਰ ਨੇ ਲਿਖਿਆ ਹੁੰਦਾ ਆ ਕਿ ਆਹ ਦਵਾਈ ਆਹ ਪੇਸ਼ੈਂਟ ਨੂੰ ਦੇਣੀ ਹੈ। ਠੀਕ ਹੈ, ਅਤੇ ਇੰਨੀ ਦੇਣੀ ਹੈ। ਉਹ ਸਾਰਾ ਕੁਝ ਕੀ ਹੁੰਦਾ ਕਿ ਦਵਾਈ ਦਾ ਨਾਮ, ਟ੍ਰੇਡ ਨੇਮ ਵਗੈਰਾ ਸਾਰਾ ਕੁਝ ਚੈੱਕ ਕਰਕੇ ਫਿਰ ਉੱਥੋਂ ਲੈਣੀ ਹੈ। ਠੀਕ ਹੈ, ਜਦੋਂ ਹੁਣ ਦਵਾਈ ਲੈ ਲਈ ਉੱਥੋਂ, ਫਿਰ ਕੀ ਕਰਨਾ ਆ, ਜਦੋਂ ਉੱਥੋਂ ਸਾਰੀ ਦਵਾਈ ਉਹ ਹੋ ਗਈ ਤਾਂ ਦੇਖਣਾ ਕਿ ਅਸੀਂ ਸਾਰੀ ਦਵਾਈ ਲੈ ਲਈ ਜਿਹੜੀ ਪੇਸ਼ੈਂਟ ਨੂੰ ਚਾਹੀਦੀ ਹੈ। ਠੀਕ ਹੈ, ਚੈੱਕ ਕਰਨਾ, ਉਹੀ ਚੀਜ਼ਾਂ ਚੈੱਕ ਕਰਨੀਆਂ ਨੇ ਆਪਾਂ। ਠੀਕ ਹੈ, ਦਵਾਈ ਨੂੰ ਦੇਣ ਦੇ ਲਈ। ਸੋ ਤੀਜੇ ਨੰਬਰ 'ਤੇ ਚੈੱਕ ਕੀ ਕਰਨਾ ਆ, ਜਦੋਂ ਆਪਾਂ ਦਵਾਈ ਨੂੰ ਦੁਬਾਰਾ ਮਤਲਬ ਰੱਖਦੇ ਹਾਂ, ਕਿਤੇ ਚੱਕਦੇ ਹਾਂ, ਕਿਤੋਂ ਰੱਖਦੇ ਹਾਂ। ਠੀਕ ਹੈ, ਉਹ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਨੇ, ਆਪਣੇ ਕੰਟੇਨਰ ਨੂੰ ਚੰਗੀ ਤਰ੍ਹਾਂ ਦੇਖਣਾ ਜਿਹਦੇ ਵਿੱਚ ਤੁਸੀਂ ਦਵਾਈ ਲੈ ਰਹੇ ਹੋ। ਲਿਖਿਆ ਨਾ, ਚੈੱਕ ਵੈਨ ਰੀਪਲੇਸਿੰਗ ਦਾ ਮੈਡੀਸਨ। ਹੁਣ ਜਦੋਂ ਤੁਸੀਂ ਉੱਥੇ ਦੁਬਾਰਾ ਦਵਾਈ ਰੱਖ ਰਹੇ ਹੋ, ਮੰਨ ਲਓ ਇੱਕ ਪੱਤਾ ਤੁਸੀਂ ਲਿਆ ਆ, ਠੀਕ ਹੈ, ਉਹਦੇ ਵਿੱਚ ਕੀ ਕੀਤਾ ਹੈ, ਜਦੋਂ ਤੁਸੀਂ ਉੱਥੋਂ ਦਵਾਈ ਲਈ ਹੈ ਤਾਂ ਤੁਸੀਂ ਇੱਕ ਪੱਤਾ ਲੈ ਲਿਆ। ਹੁਣ ਉਹ ਇੱਕ ਪੱਤਾ ਤਾਂ ਇੱਕ ਵਾਰ 'ਚ ਪੇਸ਼ੈਂਟ ਨੂੰ ਦੇ ਨਹੀਂ ਸਕਦੇ। ਸੋ ਉਹਦੇ ਵਿੱਚ ਦੇਖਣਾ ਆ, ਜਦੋਂ ਤੁਸੀਂ ਮੈਡੀਸਨ ਰੱਖਣੀ ਆ, ਦੁਬਾਰਾ ਉਸ ਜਗ੍ਹਾ 'ਤੇ ਮੈਡੀਸਨ ਰੱਖਣੀ ਆ, ਤਾਂ ਵੀ ਚੈੱਕ ਕਰਨਾ ਆ ਕਿ ਅਸੀਂ ਮੈਡੀਸਨ ਕਿਤੇ ਭੁੱਲ ਤਾਂ ਨਹੀਂ ਗਏ, ਕਿਉਂਕਿ ਕਿਸੇ ਨਰਸ ਕੋਲ ਕਿੰਨੇ ਪੇਸ਼ੈਂਟ ਹੁੰਦੇ ਆ, ਕਿਸੇ ਨਰਸ ਕੋਲ ਕਿੰਨੇ ਮਰੀਜ਼ ਹੁੰਦੇ ਆ। ਸੋ ਉਹ ਸਾਰੀਆਂ ਚੀਜ਼ਾਂ ਚੈੱਕ ਕਰਨੀਆਂ। ਪਹਿਲੇ ਕੀ ਚੈੱਕ ਕਰਨੀ ਆ, ਜਦੋਂ ਮੈਡੀਸਨ ਚੱਕਣੀ ਆ, ਕਿ ਉੱਥੇ ਮੈਡੀਸਨ ਕਿਹੜੀਆਂ ਮੈਡੀਸਨਸ ਨੇ ਅਤੇ ਸਾਨੂੰ ਕਿਹੜੀ ਮੈਡੀਸਨ ਦੀ ਜ਼ਰੂਰਤ ਹੈ, ਕਿਹੜੀ ਦਵਾਈ ਦੀ ਜ਼ਰੂਰਤ ਹੈ। ਠੀਕ ਹੈ, ਦੂਜੇ ਨੰਬਰ 'ਤੇ ਕੀ ਚੈੱਕ ਕਰਨਾ, ਜਦੋਂ ਉੱਥੋਂ ਦਵਾਈ ਲੈ ਲਈ ਤਾਂ ਆਪਣੇ ਕੰਟੇਨਰ, ਆਪਣੇ ਕੋਲ ਜਿਹੜੀ ਚੀਜ਼ ਹੈਗੀ ਆ ਜਿੱਥੇ ਆਪਾਂ ਦਵਾਈ ਲਈ ਆ, ਉਹਦੇ ਵਿੱਚ ਚੈੱਕ ਕਰਨਾ ਕਿ ਅਸੀਂ ਸਾਰੀਆਂ ਦਵਾਈਆਂ ਲੈ ਲਈਆਂ। ਤੀਜੀ ਚੀਜ਼ ਚੈੱਕ ਕੀ ਕਰਨੀ ਆ, ਜਦੋਂ ਦਵਾਈ ਦੇ ਤੀ ਪੇਸ਼ੈਂਟ ਨੂੰ, ਉਸ ਤੋਂ ਬਾਅਦ ਰੀਪਲੇਸ ਕਰਨਾ। ਠੀਕ ਹੈ, ਜਦੋਂ ਦੁਬਾਰਾ ਉੱਥੇ ਆਪਾਂ ਮੈਡੀਸਨ ਦੇਖਦੇ ਹਾਂ ਤਾਂ ਉੱਥੇ ਦੇਖਣਾ ਆ ਕਿ ਜਿੰਨੀਆਂ ਮੈਡੀਸਨ ਸਾਨੂੰ ਚਾਹੀਦੀਆਂ ਸੀ ਉਹ ਦੇ ਕੇ ਵਾਪਸ ਜਿੰਨੀਆਂ ਮੈਡੀਸਨ ਰੱਖਣੀਆਂ ਉਹ ਅਸੀਂ ਰੱਖ ਚੁੱਕੇ ਹਾਂ। ਇਹ ਹੋ ਗਏ 3 ਚੈੱਕਸ। ਅੱਗੇ ਆ ਗਏ 10 ਰਾਈਟਸ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਆ, ਰਾਈਟਸ ਕੀ ਹੁੰਦੇ ਨੇ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ ਕਿ 10 ਅਧਿਕਾਰ ਕਿਹੜੇ ਨੇ ਮਰੀਜ਼ ਦੇ। ਠੀਕ ਹੈ, ਸਭ ਤੋਂ ਪਹਿਲਾਂ ਅਧਿਕਾਰ ਕੀ ਆ, ਰਾਈਟ ਪੇਸ਼ੈਂਟ, ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਸਹੀ ਮਰੀਜ਼ ਦੇ ਵਿੱਚ ਕੀ ਦੇਖਣਾ ਆ ਕਿ ਜਿਹਨੂੰ ਤੁਸੀਂ ਦਵਾਈ ਦੇ ਰਹੇ ਹੋ ਉਹ ਮਰੀਜ਼ ਉਹੀ ਆ ਜਿਹਨੂੰ ਡਾਕਟਰ ਨੇ ਇਹ ਦਵਾਈ ਲਿਖੀ ਆ। ਉਹਦੇ ਵਿੱਚ ਕੀ ਹੁੰਦਾ, ਕਈ ਵਾਰ ਹੁਣ 2 ਮਰੀਜ਼ ਇੱਕੋ ਰੂਮ ਦੇ ਵਿੱਚ ਹੁੰਦੇ ਨੇ। ਠੀਕ ਹੈ, ਇੱਕੋ ਰੂਮ ਦੇ ਵਿੱਚ ਹੁੰਦੇ ਤਾਂ ਤੁਸੀਂ ਉਹ ਚੀਜ਼ਾਂ ਸਾਰੀਆਂ ਨੋਟ ਕਰਨੀਆਂ ਕਿ
ਮੇਨ ਕੀ ਆਪਾਂ ਉਹਦੇ ਨਾਲ ਬੈੱਡ ਨੰਬਰ ਵੀ ਲਿਖ ਦਿੰਦੇ ਹਾਂ, ਠੀਕ ਹੈ, ਜਾਂ ਉਹਦਾ ਫਾਦਰ ਨੇਮ ਲਿਖ ਦਿੰਦੇ ਹਾਂ ਮਰੀਜ਼ ਦਾ। ਮਤਲਬ ਕੁਛ ਨਾ ਕੁਛ ਤਾਂ ਜ਼ਰੂਰ ਇੱਦਾਂ ਦਾ ਲਿਖਦੇ ਹਾਂ ਜਿਹਦੇ ਵਿੱਚ 2 ਪੇਸ਼ੈਂਟ ਇੱਕ ਨਾਮ ਦੇ ਹੋਣ, 2 ਮਰੀਜ਼ ਮਤਲਬ ਇੱਕ ਨਾਮ ਦੇ ਹੋਣ। ਸੋ ਸਹੀ ਮਰੀਜ਼ ਦੇਖਣਾ ਆ ਕਿ ਆਹ ਮਰੀਜ਼ ਆ, ਉਹਨੂੰ ਆਹ ਪ੍ਰੋਬਲਮ ਆ, ਆਹ ਮੈਡੀਸਨ ਡਾਕਟਰ ਨੇ ਲਿਖੀ ਆ, ਠੀਕ ਹੈ, ਅਤੇ ਆਹ ਉਹਦਾ ਬੈੱਡ ਨੰਬਰ ਆ, ਸਾਰਾ ਕੁਛ ਉੱਤੇ ਨੋਟ ਹੁੰਦਾ ਆ, ਉਹ ਚੰਗੀ ਤਰ੍ਹਾਂ ਦੇਖਣਾ ਆ। ਅਗਲਾ ਹੈਗਾ ਰਾਈਟ ਮੈਡੀਸਨ। ਰਾਈਟ ਮੈਡੀਸਨ ਕੀ ਹੁੰਦਾ? ਸਹੀ ਦਵਾਈ। ਹੁਣ ਉਹੀ ਸੇਮ ਚੀਜ਼ ਆ ਗਈ ਵੀ 2 ਪੇਸ਼ੈਂਟ ਨੇ, ਠੀਕ ਹੈ, ਦੇਖਣਾ ਆ ਕਿ ਇਹ ਉਹ ਪੇਸ਼ੈਂਟ ਆ ਅਤੇ ਇਹਨੂੰ ਇਹ ਦਵਾਈ ਲਿਖੀ ਆ, ਤੁਹਾਡੀ ਦਵਾਈ ਸਹੀ ਆ ਜਿਹੜੀ ਤੁਸੀਂ ਦੇਣੀ ਆ ਪੇਸ਼ੈਂਟ ਨੂੰ, ਠੀਕ ਹੈ, ਕਿ ਇਹ ਉਹੀ ਦਵਾਈ ਆ। ਮਤਲਬ ਕੀ ਆ, ਜਦੋਂ ਤੁਸੀਂ ਮਰੀਜ਼ ਨੂੰ ਦਵਾਈ ਦੇਣੀ ਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ। ਸਭ ਤੋਂ ਪਹਿਲਾਂ ਮਰੀਜ਼ ਦੇਖਣਾ, ਉਸ ਤੋਂ ਬਾਅਦ ਉਹਦੀ ਸਹੀ ਦਵਾਈ ਜਿਹੜੀ ਡਾਕਟਰ ਨੇ ਲਿਖੀ ਆ ਉਹ ਦੇਖਣੀ ਆ। ਅੱਗੇ ਆ ਗਿਆ ਸਹੀ ਟਾਈਮ। ਸਹੀ ਟਾਈਮ ਕਿਉਂ ਦੇਖਣਾ ਆ? ਕਿਉਂਕਿ ਕਈ ਵਾਰ ਮਰੀਜ਼ ਨੂੰ 8-8 ਘੰਟੇ ਬਾਅਦ ਦਵਾਈ ਦੇਣੀ ਹੁੰਦੀ ਹੈ, ਕਈ ਵਾਰ 4-4 ਘੰਟੇ ਬਾਅਦ ਦੇਣੀ ਹੁੰਦੀ ਹੈ, ਕਈ ਵਾਰ ਮਤਲਬ ਆਪਾਂ 2-2 ਘੰਟੇ ਬਾਅਦ। ਉਹ ਡਿਪੈਂਡ ਕਰਦਾ ਮਰੀਜ਼ ਦੀ ਕੰਡੀਸ਼ਨ ਦੇ ਉੱਤੇ, ਠੀਕ ਹੈ, ਮਰੀਜ਼ ਦੇ ਹਾਲਾਤਾਂ ਦੇ ਉੱਤੇ। ਸੋ ਸਹੀ ਟਾਈਮ ਦੇਖਣਾ ਕਿ ਕਿੰਨੇ ਟਾਈਮ ਬਾਅਦ, ਅਤੇ ਆਹ ਟਾਈਮ ਕਿੰਨਾ ਟਾਈਮ ਲਿਖਿਆ, ਮੰਨ ਲਓ 12 ਵਜੇ ਲਿਖਿਆ ਤਾਂ ਤੁਸੀਂ 12 ਵਜੇ ਹੀ ਮੈਡੀਸਨ ਦੇਣੀ ਹੈ ਮਰੀਜ਼ ਨੂੰ, ਠੀਕ ਹੈ। ਅੱਗੇ ਆ ਗਿਆ ਰਾਈਟ ਡੋਜ਼। ਰਾਈਟ ਡੋਜ਼ ਦੇ ਵਿੱਚ ਕੀ ਹੁੰਦਾ? ਦਵਾਈ ਦੀ ਸਹੀ ਮਾਤਰਾ। ਹੁਣ ਇਹਦੇ ਵਿੱਚ ਆ ਗਿਆ ਕਿ ਛੋਟਿਆਂ ਨੂੰ ਜਦੋਂ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਜਦੋਂ ਆਪਾਂ ਦਵਾਈ ਦਿੰਦੇ ਹਾਂ ਉਹਦੀ ਘੱਟ ਮਾਤਰਾ ਹੁੰਦੀ ਹੈ, ਠੀਕ ਹੈ, ਕੋਈ ਵੀ ਦਵਾਈ ਦਿੰਦੇ ਆ ਉਹਦੀ ਆਪਾਂ ਘੱਟ ਮਾਤਰਾ ਲੈ ਕੇ ਛੋਟੇ ਬੱਚਿਆਂ ਨੂੰ ਦਿੰਦੇ ਹਾਂ। ਕੀ ਹੁੰਦਾ? ਜਿਹੜੇ ਵੱਡੇ ਹੁੰਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ, ਅਤੇ ਬਜ਼ੁਰਗਾਂ ਨੂੰ ਉਹਨਾਂ ਦੇ ਹਿਸਾਬ ਨਾਲ ਜਿਹੜਾ ਉਹਨਾਂ ਦਾ ਸਰੀਰ ਆ ਕਿ ਉਹਨੂੰ ਅਸੈਪਟ ਕਰ ਲਵੇ, ਮਤਲਬ ਚੱਲ ਸਕੇ। ਕਈ ਵਾਰ ਕੀ ਹੁੰਦਾ, ਅਗਰ ਆਪਾਂ ਡੋਜ਼ ਵਧਾ ਕੇ ਦੇ ਦਿੰਦੇ ਹਾਂ ਤਾਂ ਮਰੀਜ਼ ਨੂੰ ਉਹਦੇ ਸਾਈਡ ਇਫੈਕਟ ਹੋ ਸਕਦੇ ਨੇ, ਠੀਕ ਹੈ। ਸੋ ਸਹੀ ਡੋਜ਼, ਸਹੀ ਮਾਤਰਾ ਵੀ ਦੇਖਣੀ ਹੈ ਕਿ ਡਾਕਟਰ ਨੇ ਕਿੰਨੀ ਮਾਤਰਾ ਲਿਖੀ ਹੈ ਅਤੇ ਅਸੀਂ ਕਿੰਨੀ ਮਾਤਰਾ ਦੇ ਵਿੱਚ ਇਹ ਦਵਾਈ ਮਰੀਜ਼ ਨੂੰ ਦੇਣੀ ਹੈ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਰਾਈਟ ਰੂਟ। ਰੂਟ ਕੀ ਹੁੰਦਾ? ਤਰੀਕਾ, ਠੀਕ ਹੈ, ਸਹੀ ਰਾਹ। ਸਹੀ ਰਾਹ ਦੇ ਵਿੱਚ ਤੁਸੀਂ ਕੀ ਚੈੱਕ ਕਰਨਾ ਆ ਕਿ ਜਿਹੜੇ ਰਾਹ ਰਾਹੀਂ ਡਾਕਟਰ ਨੇ ਲਿਖਿਆ ਹੈ ਉਹ ਰਾਹ ਰਾਹੀਂ ਹੀ ਤੁਸੀਂ ਦਵਾਈ ਦੇਣੀ ਆ। ਹੁਣ ਕਈ ਪੇਸ਼ੈਂਟ ਅਨਕੌਂਸ਼ੀਅਸ ਹੁੰਦੇ ਨੇ, ਮਤਲਬ ਪਤਾ ਨਹੀਂ ਹੁੰਦਾ, ਜਿਹਨੂੰ ਆਪਾਂ ਕਹਿੰਦੇ ਨੇ ਕੋਮਾ 'ਚ ਚਲੇ ਗਏ ਆ, ਕਿੱਦਾਂ ਵੀ ਆ, ਠੀਕ ਆ, ਉਹਨਾਂ ਦੀ ਦਵਾਈ ਚੱਲਦੀ ਹੁੰਦੀ ਆ ਤਾਂ ਮੂੰਹ ਰਾਹੀਂ ਤਾਂ ਉਹ ਲੈ ਨਹੀਂ ਸਕਦੇ, ਠੀਕ ਹੈ, ਤਾਂ ਉਹਨਾਂ ਦੇ ਟਿਊਬਸ ਪਾਈਆਂ ਹੁੰਦੀਆਂ ਨੇ, ਟਿਊਬਸ ਰਾਹੀਂ ਆਪਾਂ ਮੈਡੀਸਨ 'ਚ ਟੈਬਲੇਟਾਂ ਨੂੰ ਕ੍ਰਸ਼ ਕਰਕੇ ਦਿੰਦੇ ਹਾਂ, ਹੈ ਨਾ, ਅਲੱਗ-ਅਲੱਗ ਤਰੀਕੇ ਨੇ ਹਰ ਉਹਦੇ। ਸੋ ਉਹ ਰੂਟ ਵੀ ਦੇਖਣਾ ਕਿ ਹੁਣ ਕਈ ਵਾਰ ਕਿਸੇ ਨੂੰ ਇੰਜੈਕਸ਼ਨ ਰਾਹੀਂ ਦਿੰਦੇ ਹਾਂ, ਠੀਕ ਹੈ, IV ਫਲੂਇਡ ਲਗਾ ਕੇ ਉਹਦੇ ਰਾਹੀਂ ਦਿੰਦੇ ਹਾਂ। ਸੋ ਰਾਈਟ ਰੂਟ ਵੀ ਚੈੱਕ ਕਰਨਾ ਆ ਵੀ ਕਿਹੜਾ ਤਰੀਕਾ ਡਾਕਟਰ ਨੇ ਕਿਹਾ, ਕਿਹੜੇ ਤਰੀਕੇ ਨਾਲ ਇਹਨੂੰ ਦਵਾਈ ਦੇਣੀ ਆ, ਕਿਉਂਕਿ ਹਰ ਦਵਾਈ ਨੂੰ ਦੇਣ ਦੇ ਕਈ ਵਾਰ ਅਲੱਗ-ਅਲੱਗ ਤਰੀਕੇ ਹੁੰਦੇ ਨੇ, ਠੀਕ ਹੈ, ਉਹ ਸਾਰੀ ਚੀਜ਼ ਚੈੱਕ ਕਰਨੀ ਆ। ਉਸ ਤੋਂ ਬਾਅਦ ਰਾਈਟ ਟੂ ਇਨਫੋਰਮੇਸ਼ਨ ਔਨ ਡਰੱਗ ਕਲਾਇੰਟ ਐਜੂਕੇਸ਼ਨ। ਇਹਦੇ ਵਿੱਚ ਕੀ ਆ? ਦ ਪੇਸ਼ੈਂਟ ਹੈਜ਼ ਦੀ ਰਾਈਟ ਟੂ ਨੋ ਦੀ ਡਰੱਗ ਹੀ ਸ਼ੀ ਇਜ਼ ਟੇਕਿੰਗ ਡਿਜ਼ਾਇਰ ਦੀ। ਮਤਲਬ ਕੀ ਆ ਕਿ ਪੇਸ਼ੈਂਟ ਨੂੰ ਪਤਾ ਹੋਣਾ ਚਾਹੀਦਾ ਆ, ਠੀਕ ਹੈ, ਉਹਦਾ ਇਹ ਇੱਕ ਹੱਕ ਬਣਦਾ, ਉਹ ਪੁੱਛ ਵੀ ਸਕਦਾ ਆ ਕਿ ਹਾਂ ਮੈਨੂੰ ਕਿਹੜੀ ਦਵਾਈ ਦਿੱਤੀ ਜਾ ਰਹੀ ਆ। ਸੋ ਉਹਦੇ ਵਿੱਚ ਆਪਣਾ ਹੀ ਫਾਇਦਾ, ਅਗਰ ਆਪਾਂ ਮਰੀਜ਼ ਨੂੰ ਚੰਗੀ ਤਰ੍ਹਾਂ ਸਾਰੀ ਚੀਜ਼ ਦੱਸ ਦਾਂਗੇ, ਉਹਦੇ ਇਫੈਕਟ ਵੀ ਕਈ ਵਾਰ ਦੱਸ ਦਾਂਗੇ। ਹੁਣ ਜਿੱਦਾਂ ਮੰਨ ਲਓ ਆਪਾਂ ਕਿਸੇ ਨੂੰ ਬਲੱਡ ਚੜਾਉਂਦੇ ਹਾਂ, ਠੀਕ ਹੈ, ਉਦੋਂ ਪਹਿਲਾਂ ਆਪਾਂ ਮਰੀਜ਼ ਨੂੰ ਦੱਸ ਦਿੰਦੇ ਹਾਂ ਕਿ ਅਗਰ ਤੈਨੂੰ ਇਹ ਚੀਜ਼ ਹੋਊਗੀ, ਮੰਨ ਲਓ ਕਾਂਬਾ ਚੜੂਗਾ ਜਾਂ ਖਾਰਿਸ਼ ਹੋਊਗੀ ਤਾਂ ਤੂੰ ਸਾਨੂੰ ਦੱਸ ਦੇਣਾ ਆ, ਠੀਕ ਹੈ। ਇਸ ਲਈ ਇਹ ਸਾਰੀਆਂ ਚੀਜ਼ਾਂ ਦਾ ਮਰੀਜ਼ ਨੂੰ ਵੀ ਹੱਕ ਆ ਪੁੱਛਣ ਦਾ, ਅਤੇ ਸਾਨੂੰ ਵੀ ਉਹਨੂੰ ਦੱਸਣ ਦਾ ਹੱਕ ਹੈ ਕਿ ਅਸੀਂ ਉਹਨੂੰ ਦੱਸਣਾ ਹੀ ਦੱਸਣਾ ਇਹਨਾਂ ਚੀਜ਼ਾਂ ਬਾਰੇ, ਠੀਕ ਹੈ। ਅੱਗੇ ਆ ਗਿਆ ਰਾਈਟ ਟੂ ਰਿਫਿਊਜ਼ ਮੈਡੀਕੇਸ਼ਨ। ਇਹਦੇ ਵਿੱਚ ਕੀ ਆ ਕਿ ਜਿਹੜਾ ਮਰੀਜ਼ ਹੈ ਉਹ ਮੈਡੀਸਨ ਲੈਣ ਤੋਂ ਨਾ ਕਰ ਸਕਦਾ ਆ, ਠੀਕ ਹੈ। ਕਿਉਂ? ਉਹ ਉਹਦੀ ਮਰਜ਼ੀ ਆ, ਉਹਦੇ ਡਿਪੈਂਡ ਕਰਦਾ। ਕਈਆਂ ਦੇ ਮੂੰਹ ਦਾ ਟੇਸਟ ਖਰਾਬ ਹੁੰਦਾ, ਕੋਈ ਵੀ ਰੀਜ਼ਨ ਹੋ ਸਕਦਾ ਆ, ਪਰ ਇਹਦੇ ਵਿੱਚ ਕੀ ਕਰਨਾ ਆ, ਉਹਨੂੰ ਦੱਸਣਾ ਆ ਕਿ ਇਹ ਦਵਾਈ ਅਸੀਂ ਤੈਨੂੰ ਕਿਉਂ ਦੇ ਰਹੇ ਹਾਂ, ਇਹਦੇ ਪਿੱਛੇ ਕੀ ਰੀਜ਼ਨ ਆ, ਠੀਕ ਹੈ, ਕਿ ਤੁਸੀਂ ਇਹ ਦਵਾਈ ਲਓਗੇ ਤਾਂ ਤੁਹਾਡੀ ਆਹ ਪ੍ਰੋਬਲਮ ਠੀਕ ਹੋ ਜੂਗੀ, ਅਗਰ ਤੁਸੀਂ ਇਹ ਦਵਾਈ ਨਹੀਂ ਲਓਗੇ ਤਾਂ ਤੁਹਾਡੀ ਜਿਹੜੀ ਇਹ ਪ੍ਰੋਬਲਮ ਆ ਇਹ ਵੱਧ ਸਕਦੀ ਆ। ਸੋ ਉਹਨੂੰ ਮਤਲਬ ਜਾਗਰੂਕ ਕਰਨਾ ਉਸ ਚੀਜ਼ ਬਾਰੇ ਕਿ ਇਹ ਦਵਾਈ ਤੁਹਾਡੇ ਲਈ ਬਹੁਤ ਬੈਨੀਫਿਟ ਆ, ਠੀਕ ਹੈ, ਇਹਦੇ ਨਾਲ ਤੁਹਾਡੀ ਆਹ ਜਿਹੜੀ ਪ੍ਰੋਬਲਮ ਆ ਠੀਕ ਹੋ ਜੂਗੀ। ਸੋ ਤੁਸੀਂ ਉਹਨੂੰ ਮਤਲਬ ਨਾ ਨਹੀਂ ਕਰਨ ਦੇਣੀ, ਕੋਸ਼ਿਸ਼ ਕਰਨੀ ਆ ਕਿ ਉਹ ਦਵਾਈ ਲੈਣ ਲਈ ਹਾਂ ਕਰ ਦੇਵੇ। ਰਾਈਟ ਅਸੈਸਮੈਂਟ। ਰਾਈਟ ਅਸੈਸਮੈਂਟ ਦੇ ਵਿੱਚ ਕੀ ਹੁੰਦਾ ਆ ਕਿ ਤੁਸੀਂ ਉਹਦੇ ਜਿਵੇਂ ਜਦੋਂ ਵੀ ਤੁਸੀਂ ਦਵਾਈ ਦੇਣੀ ਆ ਉਦੋਂ ਪਹਿਲਾਂ ਉਹਦੇ ਸਾਰੇ ਵਾਈਟਲ ਸਾਈਨਸ ਕੀ ਹੁੰਦੇ ਨੇ, ਅਹਿਮ ਚਿੰਨ੍ਹ ਨੇ ਜਿਹੜੇ, ਜਿਵੇਂ ਬੁਖਾਰ ਚੈੱਕ ਕਰਨਾ ਉਹਦਾ, ਠੀਕ ਹੈ, ਧੜਕਣ ਚੈੱਕ ਕਰਨੀ ਆ, ਇਹ ਸਾਰੀਆਂ ਪਲਸ ਚੈੱਕ ਕਰਨੀ ਹੈ, ਨਬਜ਼, ਇਹ ਚੀਜ਼ਾਂ ਚੈੱਕ ਕਰਨੀਆਂ ਨੇ, ਠੀਕ। ਕਈ ਵਾਰ ਕੀ ਹੁੰਦਾ ਹੈ ਕਿ ਕਿਸੇ ਦਵਾਈ ਦੇ ਅਸਰ ਨਾਲ ਉਹਦੀ ਧੜਕਣ ਵੀ ਵੱਧ ਸਕਦੀ ਆ ਪੇਸ਼ੈਂਟ ਦੀ, ਕੁਛ ਵੀ ਮਤਲਬ, ਪਰ ਜਦੋਂ ਵੀ ਤੁਸੀਂ ਦਵਾਈ ਦੇਣੀ ਆ ਉਦੋਂ ਪਹਿਲਾਂ ਚੰਗੀ ਤਰ੍ਹਾਂ ਮਰੀਜ਼ ਨੂੰ ਉਹਦੀ ਅਸੈਸਮੈਂਟ ਕਰਨੀ ਆ, ਠੀਕ ਹੈ, ਚੰਗੀ ਤਰ੍ਹਾਂ ਦੇਖਣਾ ਹੈ ਕਿ ਉਹਨੂੰ ਬੁਖਾਰ ਤਾਂ ਨਹੀਂ ਹੈਗਾ, ਉਹਨੂੰ ਕੋਈ, ਕਿਉਂਕਿ ਉਹਦੇ ਹਿਸਾਬ ਨਾਲ ਹੀ ਤੁਸੀਂ ਉਹਨੂੰ ਦਵਾਈ ਦਿਓਗੇ ਅੱਗੇ, ਠੀਕ ਹੈ। ਅੱਗੇ ਆ ਗਿਆ ਮੈਡੀਸਨ ਆਰਡਰ, ਠੀਕ ਹੈ।
ਇਹਦੇ ਵਿੱਚ ਕੀ ਆਉਂਦਾ ਆ ਕਿ ਜਦੋਂ ਵੀ ਡਾਕਟਰ ਦੇ ਦਵਾਈ ਦੇਣ ਤੋਂ ਪਹਿਲਾਂ ਤੁਸੀਂ ਡਾਕਟਰ ਦੇ ਜਿਹੜੇ ਆਰਡਰ ਨੇ ਉਹਨਾਂ ਨੂੰ ਚੈੱਕ ਕਰਨਾ ਆ ਕਿ ਡਾਕਟਰ ਨੇ ਕੀ ਕੀ ਲਿਖਿਆ ਹੋਇਆ ਆ ਅਤੇ ਕਿਵੇਂ ਕਿਵੇਂ ਪੇਸ਼ੈਂਟ ਨੂੰ ਦਵਾਈ ਦੇਣੀ ਹੈ। ਸਾਰਾ ਕੁਛ ਉਹਦੇ ਆਰਡਰ ਚੈੱਕ ਕਰਨ ਤੋਂ ਬਾਅਦ ਇੱਕ ਨਰਸ ਦਵਾਈ ਦੇਊਗੀ, ਠੀਕ ਹੈ, ਪੇਸ਼ੈਂਟ ਨੂੰ। ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਆ ਗਿਆ, ਪੇਸ਼ੈਂਟ ਦਾ ਫੁੱਲ ਨੇਮ, ਮਤਲਬ ਕੀ ਆ, ਮਰੀਜ਼ ਦਾ ਪੂਰਾ ਨਾਮ ਕੀ ਆ, ਤਰੀਕ ਅਤੇ ਸਮਾਂ। ਤਰੀਕ ਅਤੇ ਸਮਾਂ ਬਹੁਤ ਜ਼ਰੂਰੀ ਨੇ ਕਿਉਂਕਿ ਇਹਦੇ ਵਿੱਚ ਮੈਂ ਜਦੋਂ ਵੀ ਆਪਾਂ ਦਵਾਈ ਦੇਣੀ ਆ ਆਪਾਂ ਪਹਿਲਾਂ ਪੜ੍ਹ ਕੇ ਹਟਿਆ ਕਿ ਰਾਈਟ ਟਾਈਮ, ਡੋਜ਼, ਰੂਟ ਸਾਰਾ ਕੁਛ ਪੜ੍ਹਿਆ ਨਾ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਸੋ ਜਦੋਂ ਵੀ ਤੁਸੀਂ ਮਰੀਜ਼ ਨੂੰ ਦਵਾਈ ਦੇਣੀ ਆ ਉਦੋਂ ਪਹਿਲਾਂ ਦੇਖਣਾ ਆ ਕਿ ਡਾਕਟਰ ਨੇ ਉਹਦਾ ਪੂਰਾ ਨਾਮ ਕੀ ਲਿਖਿਆ, ਤਰੀਕ ਕੀ ਲਿਖੀ ਆ ਅਤੇ ਸਮਾਂ ਕੀ ਲਿਖਿਆ, ਫਿਰ ਉਹਨੂੰ ਦਵਾਈ ਕਿਹੜੀ ਲਿਖੀ ਆ, ਕਿਹੜੀ ਦਵਾਈ ਦੇਣੀ ਆ। ਉਸ ਤੋਂ ਬਾਅਦ ਉਹ ਦਵਾਈ ਦੀ ਡੋਜ਼ ਕਿੰਨੀ ਦੇਣੀ ਆ, ਮਤਲਬ ਉਹਦੀ ਮਾਤਰਾ ਕਿੰਨੀ ਕੁ ਦੇਣੀ ਆ, ਅਤੇ ਉਹਨੂੰ ਕਿਹੜੇ ਰੂਟ ਰਾਹੀਂ, ਕਿਹੜੇ ਰਾਹ ਰਾਹੀਂ ਦੇਣੀ ਆ, ਠੀਕ ਹੈ, ਅਤੇ ਕਿੰਨੇ ਕਿੰਨੇ ਸਮੇਂ ਬਾਅਦ ਦੇਣੀ ਆ। ਉਹੀ ਜਿਵੇਂ ਪਹਿਲਾਂ ਵੀ ਆਪਾਂ ਮੈਂ ਦੱਸਿਆ ਸੀ ਤੁਹਾਨੂੰ ਕਿ ਹਰ ਇੱਕ ਦਵਾਈ ਨੂੰ ਦੇਣ ਦਾ ਟਾਈਮ ਹੁੰਦਾ ਹੈ। ਕਈ ਵਾਰ ਡਾਕਟਰ ਕੀ ਕਹਿੰਦਾ ਵੀ ਇਹਨੂੰ ਉਹ ਡਿਪੈਂਡ ਕਰਦਾ ਮਰੀਜ਼ ਦੀ ਕੰਡੀਸ਼ਨ ਦੇ ਉੱਤੇ ਕਿ 2 ਘੰਟਿਆਂ ਬਾਅਦ ਦੇਣੀ ਆ, 4 ਘੰਟਿਆਂ ਬਾਅਦ ਦੇਣੀ ਆ, 8 ਘੰਟਿਆਂ ਬਾਅਦ ਦੇਣੀ ਆ। ਉਹ ਸਾਰਾ ਕੁਛ ਟਾਈਮ ਐਂਡ ਫਰੀਕੁਐਂਸੀ, ਮਤਲਬ ਕਿੰਨੇ ਕਿੰਨੇ ਟਾਈਮ ਬਾਅਦ ਦਵਾਈ ਦੇਣੀ ਆ ਉਹਨੂੰ। ਲਾਸਟ 'ਤੇ ਆ ਗਿਆ ਸਿਗਨੇਚਰ ਆਫ ਫਿਜ਼ੀਸ਼ੀਅਨ, ਮਤਲਬ ਕੀ ਆ, ਡਾਕਟਰ ਦੇ ਸਾਈਨ ਬਹੁਤ ਜ਼ਿਆਦਾ ਜ਼ਰੂਰੀ ਨੇ। ਜੇ ਉਸ ਜਗ੍ਹਾ 'ਤੇ ਡਾਕਟਰ ਦੇ ਸਾਈਨ ਨਹੀਂ ਹੈਗੇ ਉਦੋਂ ਤੱਕ ਤੁਸੀਂ ਮਰੀਜ਼ ਨੂੰ ਦਵਾਈ ਨਹੀਂ ਦੇ ਸਕਦੇ ਹੈਗੇ। ਇਹ ਬਹੁਤ ਜ਼ਰੂਰੀ ਆ। ਜਦੋਂ ਵੀ ਤੁਸੀਂ ਮਰੀਜ਼ ਨੂੰ ਦਵਾਈ ਦੇਣੀ ਆ ਉਸ ਤੋਂ ਪਹਿਲਾਂ ਚੈੱਕ ਕਰਨੀ ਆ ਇਹ ਸਾਰੀਆਂ ਚੀਜ਼ਾਂ, ਅਤੇ ਲਾਸਟ ਦੇ ਵਿੱਚ ਉਹਦੇ ਸਾਈਨ, ਡਾਕਟਰ ਦੇ ਸਾਈਨ ਚੈੱਕ ਕਰਨੇ ਆ ਕਿ ਸਾਈਨ ਹੋਏ ਹੋਏ ਨੇ। ਅਗਰ ਸਾਈਨ ਹੋਏ ਹੋਏ ਨੇ ਤਾਂ ਤੁਸੀਂ ਦਵਾਈ ਮਰੀਜ਼ ਨੂੰ ਦੇ ਸਕਦੇ ਹੋ, ਨਹੀਂ ਉਦੋਂ ਤੱਕ ਵੇਟ ਕਰਨੀ ਆ ਜਦੋਂ ਤੱਕ ਡਾਕਟਰ ਉੱਥੇ ਸਾਈਨ ਨਹੀਂ ਕਰਦਾ, ਠੀਕ ਹੈ। ਅੱਗੇ ਆ ਗਿਆ ਫਾਰਮਸ ਕੀ ਹੁੰਦੀਆਂ ਨੇ, ਕਿਸਮਾਂ। ਦਵਾਈ ਦੀਆਂ ਕਿੰਨੀਆਂ ਕਿਸਮਾਂ ਨੇ, ਦਵਾਈ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ, ਠੀਕ ਹੈ। ਉਹਨੂੰ ਹੁਣ ਉਹਦੇ ਵਿੱਚ ਕੀ ਆਉਂਦਾ, ਆਪਾਂ ਵੈਸੇ ਹੀ ਨੋਰਮਲ ਵੀ ਦੇਖਦੇ ਹਾਂ ਦਵਾਈ ਦੀਆਂ ਕਿੰਨੀਆਂ ਕਿਸਮਾਂ ਨੇ, ਠੀਕ ਹੈ। ਸੋ ਸਭ ਤੋਂ ਪਹਿਲਾਂ ਇਹਨਾਂ ਨੂੰ 3 ਕੈਟਾਗਰੀਜ਼ ਦੇ ਵਿੱਚ ਵੰਡਿਆ ਗਿਆ, ਸੋਲਿਡ, ਲਿਕੁਇਡ ਅਤੇ ਸੈਮੀ ਸੋਲਿਡ। ਸੋਲਿਡ ਦੇ ਵਿੱਚ ਕੀ ਆ ਗਿਆ, ਸੋਲਿਡ ਹੁੰਦਾ ਥੋੜ੍ਹੀਆਂ ਜਿਹੀਆਂ ਕਠੋਰ, ਠੀਕ ਹੈ। ਉਹਦੇ ਵਿੱਚ ਕੀ ਆ, ਟੈਬਲੇਟ ਅਤੇ ਕੈਪਸੂਲ ਡਿਜ਼ੋਲਵ ਹੋ ਜਾਂਦੇ ਨੇ, ਇਹ ਡਿਜ਼ੋਲਵ ਮਤਲਬ ਘੁਲ ਜਾਂਦੇ ਆ, ਠੀਕ ਹੈ, ਪਰ ਥੋੜ੍ਹੀਆਂ ਜਿਹੀਆਂ ਸੋਲਿਡ, ਥੋੜ੍ਹੀਆਂ ਜਿਹੀਆਂ ਸਖਤ ਹੁੰਦੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਲਿਕੁਇਡ ਦੇ ਵਿੱਚ ਤਾਂ ਪਤਾ ਹੀ ਆਪਾਂ ਨੂੰ ਸਿਰਫ ਪੀਣੇ ਵਾਲੀ ਦਵਾਈ, ਠੀਕ ਹੈ, ਆਈ ਡਰੋਪਸ ਹੋ ਗਏ, ਅੱਖਾਂ ਦੇ ਵਿੱਚ ਜਿਹੜੀ ਆਪਾਂ ਦਵਾਈ ਪਾਉਂਦੇ ਹਾਂ ਉਹ ਹੋ ਗਈ। ਹੁਣ ਆ ਗਿਆ ਸੈਮੀ ਸੋਲਿਡ ਦੇ ਵਿੱਚ ਕੀ ਆ ਜਾਂਦਾ, ਓਇੰਟਮੈਂਟ ਅਤੇ ਲੋਸ਼ਨ। ਓਇੰਟਮੈਂਟ ਅਤੇ ਲੋਸ਼ਨ ਕੀ ਹੁੰਦੇ ਆ, ਜਿਹੜੀਆਂ ਕਰੀਮ ਟਾਈਪ ਦਵਾਈਆਂ ਹੁੰਦੀਆਂ ਨੇ, ਠੀਕ ਹੈ, ਉਹ ਆ ਜਾਂਦੀਆਂ ਸੈਮੀ ਸੋਲਿਡ ਦੇ ਵਿੱਚ। ਸੋ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਟੈਬਲੇਟ ਦੇ ਵਿੱਚ ਕੀ ਹੁੰਦੇ ਆ, ਇੱਕ ਮਤਲਬ ਠੋਸ ਪਦਾਰਥ ਦੇ ਨਾਲ ਇਹ ਬਣੀਆਂ ਹੁੰਦੀਆਂ, ਜ਼ਿਆਦਾ ਠੋਸ ਵੀ ਨਹੀਂ ਕਹਿ ਸਕਦੇ, ਮਤਲਬ ਥੋੜ੍ਹਾ ਹਾਰਡ ਹੁੰਦੀਆਂ ਨੇ। ਕੈਪਸੂਲ ਵੀ ਸਭ ਨੇ ਦੇਖੇ ਹੀ ਨੇ, ਜੈਲੀ ਔਰ ਜੈਲ ਟਾਈਪ ਹੁੰਦੀਆਂ ਨੇ ਜਿਹੜੀਆਂ ਸੈਮੀ ਸੋਲਿਡ ਦੇ ਵਿੱਚ ਆ ਜਾਂਦੀਆਂ ਨੇ, ਠੀਕ ਹੈ। ਫਿਰ ਇੱਕ ਡਿਜ਼ੋਲਵ ਕਰਨੇ ਵਾਲੀਆਂ, ਵੀ ਕਿਸੇ ਚੀਜ਼ ਡਿਜ਼ੋਲਵ ਕੀ ਹੁੰਦਾ, ਕਿਸੇ 'ਚ ਘੋਲ ਕੇ, ਜਿਵੇਂ ਇੱਕ ਪਾਊਡਰ ਫੋਰਮ ਦੇ ਵਿੱਚ ਹੁੰਦੀ ਆ, ਇੱਕ ਆਪਣੇ ਕੋਲ ਪਾਣੀ ਹੁੰਦਾ, ਜਿਵੇਂ ਉਹਨਾਂ ਨੂੰ ਘੋਲਤਾ, ਠੀਕ ਹੈ, ਉਹ ਹੋ ਗਈਆਂ, ਉਹਨੂੰ ਕਹਿੰਦੇ ਆ ਡਿਜ਼ੋਲਵ। ਫਿਰ ਹੋ ਗਿਆ ਲੋਸ਼ਨ ਦੇ ਵਿੱਚ ਹੋ ਗਿਆ ਜਿਹੜੀਆਂ ਆਪਾਂ ਉੱਪਰ ਸਕਿਨ ਦੇ ਉੱਪਰ ਯੂਜ਼ ਕਰਦੇ ਹਾਂ। ਓਇੰਟਮੈਂਟ ਵੀ ਇੱਦਾਂ ਹੀ ਆ, ਠੀਕ ਹੈ, ਓਇੰਟਮੈਂਟ ਕਰੀਮੀ ਟਾਈਪ ਆ ਜਾਂਦੀ ਆ, ਕਰੀਮ ਦੀ ਤਰ੍ਹਾਂ। ਪਾਊਡਰ ਦੇ ਵਿੱਚ ਸਿੰਪਲ ਪਾਊਡਰ ਹੁੰਦਾ ਆ, ਠੀਕ ਹੈ। ਸਲਿਊਸ਼ਨ ਦੇ ਵਿੱਚ ਕੀ ਹੁੰਦਾ ਆ, ਕਿਸੇ ਹੋਰ ਪਦਾਰਥ ਦੇ ਵਿੱਚ ਮਤਲਬ ਉਹਨੂੰ ਮਿਲਾ ਕੇ ਲਗਾਉਣਾ। ਸਸਪੈਂਸ਼ਨ, ਜਿਹੜੀ ਦਵਾਈ ਕਈ ਵਾਰ ਆਪਾਂ ਦੇਖਿਆ ਨੇ ਡਾਕਟਰ ਕਹਿੰਦਾ ਵੀ ਇਹਨੂੰ ਚੰਗੀ ਤਰ੍ਹਾਂ ਸ਼ੇਕ ਕਰਕੇ, ਮਤਲਬ ਹਿਲਾ ਕੇ ਦਵਾਈ ਨੂੰ ਫੇਰ ਲੈਣਾ ਆ, ਕਿਉਂ, ਉਹਦੇ ਵਿੱਚ ਜਿਹੜਾ ਉਹਦਾ ਦਵਾਈ ਦਾ ਗਾੜਾਪਣ ਹੁੰਦਾ ਹੈ, ਗਾੜਾਪਣ ਮਤਲਬ ਜਿਹੜੀ ਬਹੁਤ ਗਾੜੀ ਹੁੰਦੀ ਹੈ ਉਹ ਨੀਚੇ ਆ ਜਾਂਦੀ ਹੈ, ਪਾਣੀ ਜਾਂ ਉੱਪਰ ਰਹਿ ਜਾਂਦਾ। ਸੋ ਉਹਨੂੰ ਹਿਲਾ ਕੇ ਲੈਣਾ ਚਾਹੀਦਾ ਦਵਾਈ ਨੂੰ, ਉਹਨੂੰ ਆਪਾਂ ਸਸਪੈਂਸ਼ਨ ਕਹਿੰਦੇ ਹਾਂ। ਸਿਰਪ ਦੇ ਵਿੱਚ ਕੀ ਹੁੰਦਾ, ਵਾਟਰ, ਸ਼ੂਗਰ, ਇਹ ਸਾਰੀਆਂ ਚੀਜ਼ਾਂ ਮਤਲਬ ਕੰਬਾਈਨ ਹੁੰਦੀਆਂ, ਜਿਵੇਂ ਆਪਾਂ ਖੰਘ ਤੋਂ ਲੈ ਲੈਂਦੇ ਹਾਂ, ਠੀਕ ਹੈ। ਸਪੋਸਟਰੀਜ਼ ਹੁੰਦੀਆਂ ਨੇ, ਮੈਟਲ ਮੈਡੀਕੇਸ਼ਨ ਹੁੰਦੀਆਂ ਨੇ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਆ, ਇਹ ਇਨਸਰਟ ਹੁੰਦੀਆਂ ਵਜਾਈਨਾ ਦੇ ਵਿੱਚ, ਰੈਕਟਮ ਦੇ ਵਿੱਚ ਅਤੇ ਯੂਰੇਥਰਾ। ਰੈਕਟਮ ਜਿਵੇਂ ਪੋਟੀ ਵਾਲੀ ਜਗ੍ਹਾ ਹੋ ਗਈ, ਠੀਕ ਹੈ, ਬਾਥਰੂਮ ਵਾਲੀ ਜਗ੍ਹਾ ਹੋ ਗਈ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਇਨਸਰਟ ਹੁੰਦੀਆਂ ਦਵਾਈਆਂ ਉਹਨਾਂ ਨੂੰ ਸਪੋਸਟਰੀਜ਼ ਕਹਿੰਦੇ ਨੇ। ਸੋ ਅੱਗੇ ਆ ਗਿਆ ਰੂਟਸ ਆਫ ਐਡਮਿਨਿਸਟ੍ਰੇਸ਼ਨ। ਰੂਟਸ ਹੁੰਦੇ ਨੇ ਰਾਹ ਦੇ ਵਿੱਚ ਕਿਹੜਾ ਆ ਗਿਆ, ਸਭ ਤੋਂ ਪਹਿਲਾਂ ਓਰਲ, ਪੈਰੈਂਟਰਲ ਅਤੇ ਟੌਪੀਕਲ। ਓਰਲ ਦੇ ਵਿੱਚ ਆ ਗਿਆ ਮੂੰਹ ਰਾਹੀਂ, ਠੀਕ ਹੈ। ਪੈਰੈਂਟਰਲ ਹੋ ਗਿਆ, ਪੈਰੈਂਟਰਲ ਏਰੀਆ ਕਿਹੜਾ ਹੁੰਦਾ ਆ, ਜਿੱਥੇ ਪੈਰੈਂਟਰਲ ਏਰੀਆ ਹੁੰਦਾ ਆ, ਠੀਕ ਹੈ, ਉਹਦੇ ਰਾਹੀਂ ਦਿੰਦੇ ਹਾਂ ਆਪਾਂ। ਇੱਕ ਆ ਗਿਆ ਟੌਪੀਕਲ ਹੁੰਦਾ ਆ ਚਮੜੀ 'ਤੇ। ਫਿਰ ਆ ਗਿਆ ਇਨਹਾਲੇਸ਼ਨ ਦੇ ਵਿੱਚ ਕੀ ਹੁੰਦਾ ਆ, ਇਨਹੇਲ ਕਰਨੀ ਆ, ਠੀਕ ਹੈ। ਓਰਲ ਰੂਟਸ ਦੇ ਵਿੱਚ 2 ਤਰੀਕੇ ਨੇ, ਸਬਲਿੰਗੁਅਲ, ਠੀਕ ਹੈ, ਅਤੇ ਬੱਕਲ। ਸਬਲਿੰਗੁਅਲ ਦੇ ਵਿੱਚ ਕੀ ਹੁੰਦਾ ਆ, ਜੀਭ ਦੇ ਉੱਪਰ ਜਿਹੜੀ ਮੈਡੀਸਨ ਦਿੰਦੇ ਆ, ਠੀਕ ਹੈ, ਅਤੇ ਬੱਕਲ ਦੇ ਵਿੱਚ ਕੀ ਹੁੰਦਾ, ਜੀਭ ਦੇ ਥੱਲੇ। ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਚੰਗੀ ਤਰ੍ਹਾਂ ਦੇਖ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਪੈਰੈਂਟਰਲ ਰੂਟ ਕਿਹੜੇ ਹੁੰਦੇ ਨੇ, ਜਿਵੇਂ ਚਮੜੀ ਦੇ ਵਿੱਚ, ਬਾਹਰ, ਉੱਪਰ, ਠੀਕ ਹੈ, ਮਸਲਸ ਦੇ ਵਿੱਚ, ਮਤਲਬ ਪੱਠਿਆਂ ਦੇ ਵਿੱਚ, ਇਹਨਾਂ ਪੈਰੈਂਟਰਲ ਰੂਟ ਕਹਿੰਦੇ ਨੇ। ਇਹਦੇ ਵਿੱਚ
4 ਮੇਜਰ ਸਾਈਟਸ ਆਉਂਦੀਆਂ ਨੇ, ਠੀਕ ਹੈ, 4 ਮਤਲਬ ਮੇਨ ਨੇ ਜਿਹੜੀਆਂ, ਠੀਕ ਹੈ। ਇੰਟਰਾਡਰਮਲ ਦੇ ਵਿੱਚ ਮਤਲਬ ਕੀ ਆ, ਚਮੜੀ ਦੇ ਵਿੱਚ, ਠੀਕ ਹੈ। ਅਤੇ ਇਸ ਤੋਂ ਬਾਅਦ ਆ ਗਿਆ ਸਬਕੁਟੇਨੀਅਸ ਕੀ ਆ ਗਿਆ, ਚਮੜੀ ਦੇ ਥੱਲੇ, ਇੱਕ ਚਮੜੀ ਦੇ ਵਿੱਚ, ਇੱਕ ਚਮੜੀ ਦੇ ਥੱਲੇ। ਇੱਕ ਆ ਗਿਆ ਇੰਟਰਾਮਸਕੂਲਰ, ਠੀਕ ਹੈ। ਇੰਟਰਾਮਸਕੂਲਰ ਦੇ ਵਿੱਚ ਕੀ ਹੁੰਦਾ, ਪੱਠਿਆਂ ਦੇ ਥੱਲੇ। ਇੰਟਰਾਵੀਨਸ ਕੀ ਹੋ ਗਿਆ, ਇੰਟਰਾਵੀਨਸ ਹੋ ਗਈਆਂ ਜਿਹੜੀਆਂ ਨਾੜਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ। ਦੇਖੋ ਇਹ ਸਾਰਾ ਲਿਖਿਆ ਹੋਇਆ, ਇੰਟਰਾਮਸਕੂਲਰ ਦਿਖਾਇਆ ਹੋਇਆ ਨਾ ਤੁਹਾਨੂੰ, ਮਸਲਸ ਜਿਹੜੇ ਪੱਠੇ ਹੁੰਦੇ ਨੇ, ਠੀਕ ਹੈ। ਸਬਕੁਟੇਨੀਅਸ ਦੇਖੋ ਚਮੜੀ ਹੈ ਜਿਹੜੀ, ਆਪਾਂ ਚਮੜੀ ਦੀਆਂ ਵੀ ਸਤਹਾਂ ਹੁੰਦੀਆਂ ਨੇ, ਮਤਲਬ ਸਤਹਾਂ ਹੁੰਦੀਆਂ ਨੇ, 2-3 ਸਤਹਾਂ ਹੁੰਦੀਆਂ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਇੰਟਰਾਵੀਨਸ ਹੋ ਗਿਆ, ਦੇਖੋ ਤੁਹਾਨੂੰ ਦਿਖਾਇਆ ਹੋਇਆ ਨਾੜ ਦੇ ਵਿੱਚ ਲੱਗ ਰਿਹਾ, ਠੀਕ ਹੈ। ਅਤੇ ਇੰਟਰਾਡਰਮਲ ਕਿਹੜਾ ਆ, ਜਿਹੜਾ ਉੱਪਰ, ਸਿਰਫ ਉੱਪਰਲੀ ਚਮੜੀ ਦੇ ਵਿੱਚ ਲੱਗਦਾ ਆ। ਸੋ ਇਹਨਾਂ ਨੂੰ ਲਾਉਣ ਦੇ ਤਰੀਕੇ ਵੀ ਅਲੱਗ-ਅਲੱਗ ਨੇ। ਜਿਹੜਾ ਇੰਟਰਾਮਸਕੂਲਰ ਆ, ਠੀਕ ਹੈ, ਇੰਟਰਾਮਸਕੂਲਰ ਜਿਹੜਾ ਪੱਠਿਆਂ ਦੇ ਵਿੱਚ ਲੱਗਦਾ, ਮਸਲਸ ਦੇ ਵਿੱਚ ਲੱਗਦਾ, ਠੀਕ ਹੈ। ਸਬਕੁਟੇਨੀਅਸ ਕਿਹੜਾ ਹੁੰਦਾ, ਜਿਹੜਾ ਚਮੜੀ ਦੇ ਥੱਲੇ ਲੱਗਦਾ। ਇਹਨਾਂ ਦੇ ਐਂਗਲ ਅਲੱਗ-ਅਲੱਗ ਬਣੇ ਹੋਏ ਨੇ, ਐਂਗਲ ਦੇ ਹਿਸਾਬ ਨਾਲ ਇਹ ਲੱਗਦੇ ਨੇ, ਠੀਕ ਹੈ। ਇਹ ਸਾਰੇ ਅੱਗੇ ਮਤਲਬ ਇਹ ਹੋਰ ਅੱਗੇ ਬਾਡੀ ਕੈਵਿਟੀਜ਼ ਨੇ ਜਿਹੜੀਆਂ ਆਪਣੀਆਂ, ਉਹਨਾਂ ਦੇ ਵਿੱਚ ਡਿਵਾਈਡ ਹੋ ਜਾਂਦੇ ਨੇ ਅੱਗੇ ਤੋਂ ਅੱਗੇ, ਠੀਕ ਹੈ। ਹੁਣ ਆ ਗਿਆ ਟੋਪੀਕਲ ਰੂਟਸ ਦੇ ਵਿੱਚ ਕੀ ਆ ਗਿਆ, ਟੋਪੀਕਲ ਰੂਟਸ ਉਹ ਹੁੰਦੇ ਨੇ ਜਿਵੇਂ ਆਈ ਹੋ ਗਈ, ਈਅਰ ਹੋ ਗਈ, ਨੋਜ਼ ਹੋ ਗਿਆ, ਠੀਕ ਹੈ। ਇਹਨਾਂ ਦੇ ਵਿੱਚ ਜਿਹੜੀਆਂ ਆਪਾਂ ਆਇੰਟਮੈਂਟਸ ਪਾਉਂਦੇ ਆ ਉਹ ਹੁੰਦੀਆਂ ਨੇ। ਉਸ ਤੋਂ ਬਾਅਦ ਇਨਹਾਲੇਸ਼ਨ ਰੂਟ ਦੇ ਵਿੱਚ ਕੀ ਆਉਂਦਾ ਆ, ਜਿਹੜੀਆਂ ਮੈਡੀਸਨ ਹੁੰਦੀਆਂ ਨੇ ਇਨਹੇਲ ਕਰਦੇ ਆ, ਮੂੰਹ ਰਾਹੀਂ ਹੋ ਗਿਆ, ਨੱਕ ਰਾਹੀਂ ਹੋ ਗਿਆ, ਇਹ ਸਾਰੀਆਂ ਇਨਹਾਲੇਸ਼ਨਸ ਆ ਜਾਂਦੀਆਂ ਨੇ। ਹੁਣ ਆਪਾਂ ਲਾਸਟ ਦੇ ਵਿੱਚ ਪੜ੍ਹਾਂਗੇ ਕਲਾਸੀਫਿਕੇਸ਼ਨ ਆਫ ਡਰੱਗਸ। ਕਲਾਸੀਫਿਕੇਸ਼ਨ ਕਿ ਆਪਾਂ ਕਿਹੜੇ ਪੇਸ਼ੈਂਟ ਨੂੰ ਕਿਹੜੀ ਬਿਮਾਰੀ ਦੇ ਵਿੱਚ ਕਿਹੜੀਆਂ ਦਵਾਈਆਂ ਦੇ ਸਕਦੇ ਹਾਂ। ਵੈਸੇ ਤਾਂ ਦਵਾਈ ਹਰ ਇੱਕ ਉਹਦੇ ਵਿੱਚ ਅਲੱਗ-ਅਲੱਗ ਦਵਾਈਆਂ ਹੁੰਦੀਆਂ, ਪਰ ਮੈਂ ਮੇਨ ਦੱਸ ਰਹੀ ਹਾਂ ਤੁਹਾਨੂੰ। ਜਿੱਦਾਂ ਕਿ ਅਨਾਲਜੈਸਿਕ ਹੁੰਦੀ ਹੈ, ਜੇ ਅਨਾਲਜੈਸਿਕ ਹੁੰਦੀ ਆ ਉਹ ਕੀ ਕਰਦੀ ਆ, ਪੇਨ ਨੂੰ ਰਿਡਿਊਸ, ਜਿੱਥੇ ਕਿਤੇ ਵੀ ਆਪਣੀ ਦਰਦ ਹੁੰਦੀ ਆ ਉਹਨੂੰ ਖ਼ਤਮ ਕਰਦੀ ਆ। ਐਂਟੀਪਾਇਰੇਟਿਕ ਦੇ ਵਿੱਚ ਕੀ ਹੁੰਦਾ ਆ, ਟੂ ਰਿਡਿਊਸ ਫੀਵਰ, ਮਤਲਬ ਜਿਹੜਾ ਬੁਖਾਰ ਹੋਇਆ ਅਗਰ ਕਿਸੇ ਮਰੀਜ਼ ਨੂੰ, ਉਹਨੂੰ ਘਟਾ ਦਿੰਦੀ ਆ। ਰਿਡਿਊਸ ਕਰਨਾ ਹੁੰਦਾ ਘਟਾਉਣਾ, ਠੀਕ ਹੈ। ਐਂਟੀਬਾਇਓਟਿਕਸ ਹੁੰਦੀਆਂ ਨੇ, ਕੋਈ ਇਨਫੈਕਸ਼ਨ ਹੋਈ ਆ ਉਹਨੂੰ ਖ਼ਤਮ ਕਰਨਾ। ਐਂਟੀਵਾਇਰਲ ਹੋ ਗਿਆ, ਵਾਇਰਲ ਨੂੰ ਉਹ ਕਰਨਾ, ਟਰੀਟ ਕਰਨਾ, ਠੀਕ ਹੈ। ਐਂਟੀ ਹਾਈਪਰਟੈਂਸਿਵ, BP ਵੱਧਦਾ ਆ ਜਿਨ੍ਹਾਂ ਦਾ, ਉਹਨਾਂ ਨੂੰ ਦਿੰਦੇ ਆ ਆਪਾਂ, ਉਹ ਬਿਮਾਰੀ ਦੇ ਲਈ ਹੁੰਦੀਆਂ ਨੇ। ਐਂਟੀਬਾਇਓਟਿਕ ਕੀ ਹੁੰਦੀਆਂ ਨੇ ਵੀ ਜਿਹੜੀਆਂ ਕਿਸੇ ਪੇਸ਼ੈਂਟ ਨੂੰ, ਮਰੀਜ਼ ਨੂੰ ਆਪਣੇ ਸ਼ੂਗਰ ਹੋਇਆ ਹੁੰਦਾ ਆ, ਠੀਕ ਹੈ, ਉਹਨੂੰ ਖ਼ਤਮ ਕਰਨ ਦੇ ਲਈ। ਸੋ ਇਹਦੇ ਵਿੱਚ ਹੁਣ ਤੱਕ ਮੈਂ ਤੁਹਾਨੂੰ ਕੀ ਦੱਸਿਆ ਆ ਕਿ ਇਹਦੇ ਸਿਧਾਂਤ ਕੀ ਨੇ, ਦਵਾਈ ਦੇਣ ਦੇ ਬੇਸਿਕ ਪ੍ਰਿੰਸੀਪਲਸ ਕੀ ਨੇ, ਠੀਕ ਹੈ, ਦਵਾਈ ਪ੍ਰਬੰਧਨ ਦੇ ਸਿਧਾਂਤ ਕੀ ਨੇ। ਉਸ ਤੋਂ ਬਾਅਦ ਇਹਦੀਆਂ ਕਿਸਮਾਂ ਕੀ ਨੇ, ਅਤੇ ਇਹਦੇ ਜਿਹੜੇ ਦਵਾਈ ਦੇਣ ਦੇ ਰਾਹ ਕੀ ਨੇ, ਜਿਨ੍ਹਾਂ ਦੇ ਵਿੱਚ ਆਲਮੋਸਟ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਚੁੱਕੀ ਹਾਂ, ਠੀਕ ਹੈ। ਵੀ ਕਿਵੇਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਦਵਾਈ ਹੁੰਦੀ ਕੀ ਆ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਦੱਸਿਆ ਵੀ ਕਾਰਨ ਕੀ ਹੁੰਦੇ ਨੇ ਦਵਾਈ ਦੇਣ ਦੇ। ਫਿਰ ਆ ਗਿਆ ਵੀ ਦਵਾਈ ਦੇਣ ਪ੍ਰਬੰਧਨ ਦੇ ਸਿਧਾਂਤ ਕੀ ਹੁੰਦੇ ਨੇ, ਜਿਨ੍ਹਾਂ ਦੇ ਵਿੱਚ 3 ਚੈੱਕਸ ਆ ਗਏ ਅਤੇ 10 ਅਧਿਕਾਰ ਹੋ ਗਏ, ਠੀਕ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵੀ ਆਰਡਰ ਦੇਖਣੇ ਆ ਡਾਕਟਰ ਦੇ ਦਵਾਈ ਦੇਣ ਤੋਂ ਪਹਿਲਾਂ ਕਿ ਹਾਂ ਉਹਦੇ ਆਰਡਰ ਕੀ ਨੇ। ਫਿਰ ਮੈਂ ਤੁਹਾਨੂੰ ਉਹਦੀ ਕਿਸਮਾਂ ਬਾਰੇ ਦੱਸਿਆ, ਕਿਹੜੀਆਂ ਕਿਸਮਾਂ ਹੁੰਦੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਉਹਦੇ ਆ ਗਏ ਰੂਟਸ ਤੋਂ ਬਾਅਦ ਲਾਸਟ 'ਤੇ ਤੁਹਾਨੂੰ ਦੱਸੀਆਂ ਮੈਂ ਉਹਦੀ ਕਲਾਸੀਫਿਕੇਸ਼ਨ। ਸੋ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਹ ਚੀਜ਼ਾਂ ਸਮਝ ਆ ਗਈਆਂ ਨੇ। ਸੋ ਧੰਨਵਾਦ, ਥੈਂਕ ਯੂ।